ਹੈਲੋ एवरीवन ਵੈਲਕਮ ਟੂ ਇਲੈਕਟ੍ਰਿਕ ਇੰਗਲਿਸ਼ ਆਈ ਐਮ ਪੀਯੂਸ਼ ਜਿੰਦਲ। ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਪਟਵਾਰੀ ਦਾ 2016 ਦਾ ਜਿਹੜਾ ਕੁਐਸਚਨ ਪੇਪਰ ਸੀਗਾ ਆਪਾਂ ਉਹ ਡਿਸਕਸ ਕਰਾਂਗੇ। ਉਹਦੇ ਜਿਹੜੀ ਇੰਗਲਿਸ਼ ਸੀਗੀ ਉਹ ਡਿਸਕਸ ਕਰਾਂਗੇ। ਉਸ ਟਾਈਮ ਤੇ ਇੰਗਲਿਸ਼ 5 ਨੰਬਰ ਦੀ ਆਈ ਸੀ, ਲੇਕਿਨ ਇਸ ਵਾਰ ਜਿਹੜੀ ਇੰਗਲਿਸ਼ ਆ ਰਹੀ ਹੈ ਜੀ, ਚਾਹੇ ਉਹ ਵੀਡੀਓ ਐਕਸਰਸਾਈਜ਼ ਜਿਹੜੇ ਵੀ ਐਗਜ਼ਾਮ ਵੀ SSS ਨੂੰ ਪੁੱਛ ਰਹੀ ਹੈ, ਉਹ 'ਚ 15 ਨੰबर ਦੀ ਇੰਗਲਿਸ਼ ਆ ਰਹੀ ਹੈ। ਤਾਂ ਇਹ ਕਿਉਂ ਜਾਣਨਾ ਜ਼ਰੂਰੀ ਹੈ, ਕਿਉਂ ਪਹਿਲੇ ਪੇਪਰ ਪੜ੍ਹਨੇ ਜ਼ਰੂਰੀ ਨੇ, ਤਾਂ ਕਿ ਆਪਾਂ ਨੂੰ ਪਤਾ ਲੱਗਦਾ ਵੀ ਉਸ ਐਗਜ਼ਾਮੀਨਰ ਦੀ ਅਪਰੋਚ ਕੀ ਹੈ। ਤਾਂ ਜਿਹੜੇ ਵੀ ਸਟੂਡੈਂਟਸ 2023 ਪਟਵਾਰੀ ਦੀ ਤਿਆਰੀ ਕਰ ਰਹੇ ਨੇ ਜਾਂ ਕਰਨੀ ਸ਼ੁਰੂ ਕਰਨੀ ਹੈ ਜੀ, ਉਹਨਾਂ ਲਈ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਊਗੀ। ਤੇ ਜਿਹੜੇ ਸਟੂਡੈਂਟਸ ਚਾਹੇ ਵੀਡੀਓ ਕਲਰਕ ਜਾਂ ਐਕਸਾਈਜ਼ ਦੇ ਪੇਪਰ ਦੇਣ ਜਾ ਰਹੇ ਨੇ, ਉਹਨਾਂ ਲਈ ਵੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਐਗਜ਼ਾਮੀਨਰ ਕੰਡਕਟਿੰਗ ਜਿਹੜੀ ਐਗਜ਼ਾਮ ਕੰਡਕਟਿੰਗ ਬੋਡੀ ਹੈ ਉਹ ਸੇਮ ਹੈ ਜੀ, ਦੈਟ ਇਜ਼ PSSB। ਤਾਂ ਇਸ ਕਰਕੇ 5 ਕੁਐਸਚਨਸ ਨੇ ਜੀ, ਸਭ ਨੇ ਧਿਆਨ ਨਾਲ ਪੜ੍ਹਨੇ ਨੇ। ਤੇ ਹੋ ਸਕੇ ਤਾਂ ਜਿਹੜੇ ਰੀਸੈਂਟ ਐਨਾਲਿਸਿਸ ਜਿਹੜੇ ਵੀ YouTube ਤੇ ਕਰਾਏ ਨੇ, ਅੱਜ ਮੈਂ ਵੀਡੀਓ ਕਰਾਤਾ, ਜੂਨੀਅਰ ਡਰਾਫਟਮੈਨ ਕਰਾਤਾ, ਕਾਉਂਸਲਰ ਕਰਾਤਾ, ਜਿਹੜੇ ਵੀ ਰੀਸੈਂਟਲੀ ਫੋਰੈਸਟਰ ਕਰਾਤਾ, ਫੋਰੈਸਟਰ ਕਰਾਤਾ, ਸਾਰੇ ਦੇਖਣੇ ਨੇ ਜੀ ਤੁਸੀਂ, ਠੀਕ ਹੈ। ਐਂਡ ਜਿਹੜੇ ਸਟੂਡੈਂਟਸ ਬਈ ਸਾਡੇ ਤੋਂ ਅੰਗਰੇਜ਼ੀ ਪੜ੍ਹਨਾ ਚਾਹੁੰਦੇ ਨੇ, ਸਹੀ ਤਰੀਕੇ ਨਾਲ ਕਰਨਾ ਚਾਹੁੰਦੇ ਨੇ, ਬਿਨਾਂ ਕਿਸੇ ਰੂਲ ਰੱਟੇ ਤੋਂ ਸਮਝ ਡਿਵੈਲਪ ਕਰਨਾ ਚਾਹੁੰਦੇ ਨੇ, ਕੰਟੈਕਸਟ ਦੀ ਨੌਲੇਜ ਚਾਹੁੰਦੇ ਨੇ, ਤਾਂ ਉਹ ਮੰਜ਼ਿਲ ਬੈਚ ਨੂੰ ਦੇਖ ਸਕਦੇ ਨੇ ਜੀ। ਸਾਰੀ ਡਿਟੇਲ ਲਿਖੀ ਹੋਈ ਹੈ। ਐਂਡ ਅਗਰ ਕਿਸੇ ਵੀਡੀਓ 'ਚ ਡਿਟੇਲ ਦੇਖਣੀ ਹੈ ਤਾਂ ਆਹ ਮੰਜ਼ਿਲ ਬੈਚ ਦੀ ਵੀਡੀਓ ਜੀ, ਲਾਸਟ 40 ਡੇਜ਼, ਇਹਨੂੰ ਤੁਸੀਂ ਦੇਖ ਲਓ, ਤੁਹਾਨੂੰ ਪਤਾ ਚੱਲ ਜੂ ਬੈਚ ਦੇ ਵਿੱਚ ਕੀ ਕੁਛ ਹੈ। ਉਸ ਹਿਸਾਬ ਨਾਲ ਤੁਸੀਂ ਇਹਨੂੰ ਅੱਗੇ ਦੇਖ ਸਕਦੇ ਹੋ। ਸ਼ੁਰੂਆਤ ਕਰਦੇ ਹਾਂ ਜੀ ਪਹਿਲੇ ਕੁਐਸਚਨ ਦੀ। ਜਿਹੜੇ ਕੁਐਸਚਨਸ ਲਿੱਤੇ ਗਏ ਨੇ ਇਹ ਆਪਣੀ PYQ ਬੁੱਕ ਤੋਂ ਲਿੱਤੇ ਗਏ ਨੇ ਜੀ। 886ਵਾਂ ਕੁਐਸਚਨ ਹੈ, ਤੁਸੀਂ ਦੇਖ ਸਕਦੇ ਹੋ ਇੰਗਲਿਸ਼ ਦਾ, ਠੀਕ ਹੈ। ਪਹਿਲਾ ਕੁਐਸਚਨ ਹੈ ਜੀ, ਆਪਾਂ ਦੇਖਦੇ ਹਾਂ। ਸਿਲੈਕਟ ਦਾ ਵਰਡ ਵਿਚ ਇਜ਼ ਅ ਨੀਅਰੈਸਟ ਇਨ ਦਾ ਮੀਨਿੰਗ ਟੂ ਦਾ ਫੋਲੋਇੰਗ ਵਰਡ। ਨੀਅਰੈਸਟ ਦਾ ਮਤਲਬ ਕਿ ਸਿਨੋਨੀਮ ਲੱਭਣਾ ਜੀ। ਵਰਡ ਕੀ ਹੈ? ਘਾਸਟਲੀ। ਘਾਸਟਲੀ ਸਭ ਤੋਂ ਪਹਿਲਾਂ ਇਹਦਾ ਪਾਰਟਸ ਆਫ ਸਪੀਚ ਪਤਾ ਹੋਣਾ ਚਾਹੀਦਾ ਜੀ, ਦੈਟ ਇਜ਼ ਐਡਜੈਕਟਿਵ। ਜਦੋਂ ਵੀ ਤੁਸੀਂ ਕੋਈ ਵੀ ਇੱਕ ਵਰਡ ਜਾਣਨ ਦੀ ਕੋਸ਼ਿਸ਼ ਕਰਦੇ ਹੋ ਜਾਂ ਫਿਰ ਆਪਣੀ ਨੌਲੇਜ ਦੇ ਵਿੱਚ ਨਵਾਂ ਲੈ ਕੇ ਆਉਂਦੇ ਹੋ, ਤਾਂ ਉਹਦਾ ਪਾਰਟਸ ਆਫ ਸਪੀਚ ਨਾਲ ਲਿਖਣ ਦੀ ਹੈਬਿਟ ਪਾਓ, ਕਿਉਂਕਿ PSSB ਹੁਣ ਪਾਰਟਸ ਆਫ ਸਪੀਚ ਪੁੱਛਣ ਲੱਗ ਗਿਆ ਜੀ, ਠੀਕ ਹੈ। ਘਾਸਟਲੀ ਦਾ ਕੀ ਹੈ ਪਾਰਟਸ ਆਫ ਸਪੀਚ? ਐਡਜੈਕਟਿਵ। ਹੁਣ ਇਹਦਾ ਮਤਲਬ ਕੀ ਹੁੰਦਾ? ਇਹਦਾ ਮਤਲਬ ਹੁੰਦਾ ਭਿਆਨਕ। ਅਗਰ ਮੈਂ ਤੁਹਾਨੂੰ ਦੇਸੀ ਭਾਸ਼ਾ 'ਚ ਦੱਸਾਂ ਤਾਂ ਆਪਾਂ ਨੂੰ ਲਿਖ ਸਕਦੇ ਹਾਂ ਹੌਰੀਬਲ। ਦੇਖੋ ਮੈਂ ਉਰੇ ਲਿਖ ਕੇ ਨਹੀਂ ਕਹਾਣੀ ਖਤਮ ਕਰ ਸਕਦਾ, ਬਾਕੀ 4 ਵਰਡ ਵੀ ਦੱਸ ਸਕਦਾ, ਲੇਕਿਨ ਇਹ ਯਾਦ ਨਹੀਂ ਰਹਿਣਾ, ਖਤਮ ਹੋ ਜੂ। ਜਦੋਂ ਤੱਕ ਆਪਾਂ ਇੱਕ ਵਰਡ ਦਾ ਕੰਟੈਕਸਟ ਨਹੀਂ ਸਮਝਦੇ, ਉਹਦੀ ਸਟੋਰੀ ਨਹੀਂ ਸਮਝਦੇ ਵੀ ਕਿੱਥੇ ਉਹ ਯੂਜ਼ ਹੁੰਦਾ, ਕਿਸ ਸਿਚੁਏਸ਼ਨ ਦੇ ਵਿੱਚ ਉਹਨੂੰ ਯੂਜ਼ ਕਰਨਾ ਚਾਹੀਦਾ, ਉਦੋਂ ਤੱਕ ਆਪਣੇ ਮਾਈਂਡ ਦੇ ਵਿੱਚ ਨਹੀਂ ਬੈਠੂ ਚੀਜ਼, ਹੈ ਨਾ। ਤਾਂ ਹੌਰੀਬਲ ਤੇ ਕਾਸਟਲੀ ਦੇ ਵਿੱਚ ਕੋਈ ਨਾ ਕੋਈ ਤਾਂ ਫਰਕ ਹੋਊਗਾ। ਉਹ ਛੋਟਾ ਜਿਹਾ ਫਰਕ ਹੀ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹਨੂੰ ਹੌਰੀਬਲ ਵੀ ਕਹਿ ਦਿੰਦੇ ਜੀ, ਹੌਰੀਫਾਈਂਗ ਵੀ ਕਹਿ ਦਿੰਦੇ ਨੇ। ਕੋਈ ਚੀਜ਼ ਭਿਆਨਕ ਹੈ, ਉਹ ਇਸ ਲੈਵਲ ਦੀ ਭਿਆਨਕ ਹੈ ਵੀ ਉਹਦੇ ਵਿੱਚ ਡੈਥ, ਮੌਤ ਜਾਂ ਫਿਰ ਬਹੁਤ ਵੱਡਾ ਕੋਈ ਦੁੱਖ ਇਨਵੋਲਵਡ ਹੈ। ਅਗਰ ਮੈਂ ਕਹਿ ਰਿਹਾ ਕਿ ਹੌਰੀਬਲ ਕ੍ਰਾਈਮ, ਜਿਵੇਂ ਸਪੋਜ਼ ਕਰੋ ਮੈਂ ਕਹਤਾ ਹੌਰੀਬਲ ਕ੍ਰਾਈਮ, ਤਾਂ ਉਹਦਾ ਮਤਲਬ ਕੀ ਹੈ? ਭਿਆਨਕ ਕ੍ਰਾਈਮ। ਲੇਕਿਨ ਅਗਰ ਤੁਸੀਂ ਕਹੋਗੇ ਘਾਸਟਲੀ ਕ੍ਰਾਈਮ, ਤਾਂ ਇਹਦਾ ਮਤਲਬ ਤੁਹਾਨੂੰ ਸਮਝ ਆ ਰਿਹਾ ਹੈ। ਇਹਦਾ ਮਤਲਬ ਤੁਹਾਨੂੰ ਕੀ ਸਮਝਾਉਣਾ ਚਾਹੀਦਾ? ਕੀ ਸਮਝਾਉਣਾ ਚਾਹੀਦਾ ਕਿ ਉਸ ਕ੍ਰਾਈਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਮੌਤ ਇਨਵੋਲਵਡ ਹੈ, ਕਿਸੇ ਨਾ ਕਿਸੇ ਦੀ ਮੌਤ ਹੋਈ ਹੈ। ਇਹੀ ਫਰਕ ਹੈ ਕਿ ਤੁਹਾਨੂੰ ਕਿਸੇ ਨੇ ਤੁਹਾਨੂੰ ਕਿਹਾ ਘਾਸਟਲੀ ਕ੍ਰਾਈਮ, ਨਿਊਜ਼ਪੇਪਰ 'ਚ ਲਿਖਿਆ ਹੋਇਆ ਘਾਸਟਲੀ ਕ੍ਰਾਈਮ, ਤੇ ਜਾਂ ਫਿਰ GK ਦੀ ਤੁਸੀਂ ਕਿਤਾਬ ਪੜ੍ਹ ਰਹੇ ਹੋ ਘਾਸਟਲੀ ਕ੍ਰਾਈਮ ਤੇ ਹੌਰੀਬਲ ਕ੍ਰਾਈਮ, ਤਾਂ ਉੱਥੋਂ ਤੁਸੀਂ ਸਮਝ ਲੱਗੂਗੀ, ਉੱਥੋਂ ਹੀ ਕੰਟੈਕਸਟ ਬਿਲਡ ਹੋਊਗਾ ਵੀ ਉਰੇ ਕਿਸੇ ਦੀ ਮੌਤ ਹੋਈ ਹੈ ਜਾਂ ਫਿਰ ਬਹੁਤ ਵੱਡੇ ਲੈਵਲ ਦਾ ਕ੍ਰਾਈਮ ਹੋਇਆ ਹੈ ਨਾ, ਬਹੁਤ ਜ਼ਿਆਦਾ ਦਰਦਨਾਕ ਹੈ ਜੀ। ਤਾਂ ਘਾਸਟਲੀ ਕ੍ਰਾਈਮ, ਘਾਸਟਲੀ ਮਰਡਰ, ਸਮਝ ਆ ਗਿਆ ਇਹਦਾ ਮਤਲਬ ਕੀ ਹੈ ਜੀ। ਹੁਣ ਇਹਨੂੰ ਕਹਿ ਸਕਦੇ ਹਾਂ ਕਿ ਟੈਰੀਫਾਈਂਗ ਵੀ ਹੋ ਸਕਦਾ ਜੀ, ਸ਼ੌਕਿੰਗ ਵੀ ਹੋ ਸਕਦਾ ਹੈ ਨਾ, ਤਾਂ ਕਿਸੇ ਵੀ ਤਰੀਕੇ ਨਾਲ ਇਹਨੂੰ ਯੂਜ਼ ਕੀਤਾ ਜਾ ਸਕਦਾ। ਨਾਓ ਵਾਟ ਇਜ਼ ਦਾ ਫਰਸਟ ਵਰਡ? ਦੈਟ ਇਜ਼ ਅਪਾਲਿੰਗ। ਅਪਾਲਿੰਗ ਇਜ਼ ਆਲਸੋ ਐਨ ਐਡਜੈਕਟਿਵ ਵਿਚ ਆਲਸੋ ਮੀਨਸ ਵੈਰੀ ਬੈਡ। ਵੈਰੀ ਬੈਡ ਇਨ ਅ ਵੇ, ਇਸ ਵੇ ਦੇ ਵਿੱਚ ਦੈਟ ਕਾਜ਼ਿਜ਼ ਸ਼ੌਕ, ਜੋ ਸ਼ੌਕ ਦੇ ਹੈ ਨਾ। ਐਕਚੁਅਲ ਦੇ ਵਿੱਚ ਇਹ ਕਿਹਨੂੰ ਕਹਿੰਦੇ ਨੇ ਜੀ? ਦੈਟ ਸਮਥਿੰਗ ਦੈਟ ਇਜ਼ ਮੋਰਲੀ ਬੈਡ, ਜੋ ਮੋਰਲ ਤਰੀਕੇ ਨਾਲ, ਨੈਤਿਕ ਨਹੀਂ ਹੈਗਾ, ਅਨੈਤਿਕ ਹੈ। ਹੁਣ ਵਾਟ ਇਜ਼ ਮੋਰਲ? ਮੋਰਲ ਕੀ ਹੁੰਦਾ ਜੀ? ਜੋ ਚੀਜ਼ ਕਰਨੀ ਚਾਹੀਦੀ ਹੈ, ਜੋ ਚੀਜ਼ ਹੋਣੀ ਚਾਹੀਦੀ ਹੈ, ਜਿਵੇਂ ਆਪਾਂ ਨੂੰ ਸੱਚ ਬੋਲਣਾ ਚਾਹੀਦਾ ਹੈ, ਦਿਸ ਇਜ਼ ਮੋਰਲ, ਹੈ ਨਾ। ਬਟ ਦਿਸ ਇਜ਼ ਨਾਟ ਲੀਗਲ। ਇਹ ਲੀਗਲ ਨਹੀਂ ਹੈ। ਪੁਲਿਸ ਥੋੜੀ ਫੜੋਗੇ ਅਗਰ ਤੁਸੀਂ ਸੱਚ ਨਹੀਂ ਬੋਲੋਗੇ, ਪੁਲਿਸ ਥੋੜੀ ਫੜ ਸਕਦੀ ਹੈ, ਸਮਝ ਗਏ ਗੱਲ। ਅਗਰ ਤੁਸੀਂ ਝੂਠ ਬੋਲ ਰਹੇ ਹੋ, ਦੈਟ ਇਜ਼ ਇਮੋਰਲ। ਉਹ ਹੋਣਾ ਨਹੀਂ ਚਾਹੀਦਾ। ਇਟ ਸ਼ੁਡ ਨਾਟ ਹੈਪਨ ਬਟ ਵੀ ਆਰ ਡੂਇੰਗ, ਹੈ ਨਾ। ਤਾਂ ਝੂਠ ਬੋਲਣਾ ਨਹੀਂ ਚਾਹੀਦਾ, ਲੇਕਿਨ ਆਪਾਂ ਬੋਲ ਰਹੇ ਹਾਂ, ਦੈਟ ਇਜ਼ ਇਮੋਰਲ। ਇੰਨੀ ਗੱਲ ਸਮਝ ਆ ਗਈ ਜੀ। ਹੁਣ ਤੁਸੀਂ ਜਿਹੜਾ ਹੈਗਾ ਕ੍ਰਾਈਮ ਕਰਦਾ ਕੋਈ, ਸਪੋਜ਼ ਕਰੋ, ਹੈ ਨਾ, ਤੁਸੀਂ ਟ੍ਰੈਫਿਕ ਲਾਈਟਸ ਟੱਪ ਗਏ, ਹੈ ਨਾ, ਉਹ ਤੁਹਾਡੀ ਮੋਰਲ ਮਿਸਟੇਕ ਹੈ, ਲੀਗਲ ਮਿਸਟੇਕ? ਉਹ ਲੀਗਲ ਮਿਸਟੇਕ ਹੈ, ਉੱਥੇ ਤੁਹਾਡੇ ਚਾਰਜਿਸ ਪੈਣਗੇ। ਲੇਕਿਨ ਕਿਸੇ ਨੂੰ ਝੂਠ ਬੋਲੋਗੇ ਲੀਗਲ ਮਿਸਟੇਕ ਨਹੀਂ, ਉਹ ਮੋਰਲ ਮਿਸਟੇਕ ਹੈ।
ਉਹ ਇਮੋਰਲ ਹੈ ਕਹਿਣ ਦਾ ਮਤਲਬ, ਠੀਕ ਹੈ। ਤਾਂ ਸਮਥਿੰਗ ਦੈਟ ਇਜ਼ ਵੈਰੀ ਇਮੋਰਲ। ਹੁਣ ਸਪੋਜ਼ ਕਰੋ ਕਿ ਤੁਸੀਂ ਕੋਈ ਸਰਵੈਂਟ ਰੱਖਿਆ ਹੈ ਨਾ, ਤੁਸੀਂ ਬਹੁਤ ਵੱਡਾ ਕੋਈ ਆਫਿਸ ਬਣਾ ਲਿਆ, ਜਾਂ ਫਿਰ ਮੈਂ ਗੱਲ ਕਰਾਂ ਵੀ ਆਪਾਂ ਖੇਤਾਂ ਦੇ ਵਿੱਚ ਨਾ ਕਿਸਾਨਾਂ ਨੇ ਕੋਈ ਬੰਦਾ ਰੱਖਿਆ ਹੁੰਦਾ ਵੀ ਹੈ ਨਾ, ਜਿਹੜਾ ਪਾਣੀ ਪੂਣੀ ਲਾਉਂਦਾ ਜਾਂ ਹੋਰ ਲਾਉਂਦਾ ਹੈ ਨਾ, ਜਿਹਨੂੰ ਸੀਰੀ ਕਹਿੰਦੇ ਆ। ਸਪੋਜ਼ ਕਰੋ ਕਿ ਉਹਨੂੰ ਤੁਸੀਂ ਬਹੁਤ ਬੁਰੀ ਹਾਲਤ ਦੇ ਵਿੱਚ ਰੱਖਿਆ ਹੋਇਆ ਘਰੇ, ਹੈ ਨਾ, ਉਹਨੂੰ ਖਾਣ ਪੀਣ ਨੂੰ ਟਾਈਮ 'ਤੇ ਨਹੀਂ ਮਿਲ ਰਿਹਾ, ਤਾਂ ਉਹਨੂੰ ਰਹਿਣ ਨੂੰ ਇੱਕ ਵਧੀਆ ਕਮਰਾ ਨਹੀਂ ਦਿੱਤਾ ਹੋਇਆ, ਤਾਂ ਜਿਹੜੀ ਉਹਦੀ ਕੰਡੀਸ਼ਨ ਹੈ, ਜਿਹੜੀ ਰਹਿਣ ਦੀ ਕੰਡੀਸ਼ਨ ਹੈ, ਦੈਟ ਇਜ਼ ਅਪਾਲਿੰਗ। ਹੁਣ ਪੁਲਿਸ ਥੋੜੀ ਫੜ ਕੇ ਲੈ ਕੇ ਜਾਊਗੀ, ਇਹ ਕੋਈ ਲੀਗਲ ਗਲਤੀ ਨਹੀਂ ਨਾ ਹੈਗੀ, ਲੇਕਿਨ ਇਹ ਮੋਰਲੀ ਗਲਤੀ ਹੈ। ਤਾਂ ਅਪਾਲਿੰਗ ਕੰਡੀਸ਼ਨਸ, ਪ੍ਰਿਜ਼ਨਰਸ ਦੀ ਗੱਲ ਹੋ ਸਕਦੀ ਹੈ ਨਾ, ਸਰਵੈਂਟਸ ਦੀ ਗੱਲ ਹੋ ਸਕਦੀ ਹੈ। ਅਪਾਲਿੰਗ ਵੀ ਫਾਊਂਡ ਦੈਮ ਇਨ ਅਪਾਲਿੰਗ ਕੰਡੀਸ਼ਨ, ਅਪਾਲਿੰਗ ਉੱਥੇ ਯੂਜ਼ ਕੀਤਾ ਜਾ ਸਕਦਾ ਹੈ। ਤਾਂ ਇਹ ਵੀ ਕੀ ਹੈ, ਭਿਆਨਕ। ਤਾਂ ਇਹਦਾ ਮਤਲਬ ਵੀ ਕੀ ਹੈ, ਭਿਆਨਕ। ਤਾਂ ਇਸ ਕਰਕੇ ਸਹੀ ਆਨਸਰ ਕੀ ਹੋ ਜਾਊਗਾ ਜੀ, ਏ। ਨੈਕਸਟ ਵਰਡ ਹੈ ਅਨਅਰਥਲੀ। ਅਨਅਰਥਲੀ ਦਾ ਮਤਲਬ ਤੁਸੀਂ ਸਮਝ ਪਾ ਰਹੇ ਹੋ, ਅਰਥਲੀ ਦਾ ਮਤਲਬ ਦੁਨੀਆਦਾਰੀ, ਹੈ ਨਾ, ਦੁਨਿਆਵੀ। ਅਨਅਰਥਲੀ ਦਾ ਮਤਲਬ ਜਿਹੜੇ ਦੁਨੀਆਵੀ ਤਾਂ ਨਾ ਹੋਵੇ, ਕੋਈ ਇਹੋ ਜਿਹੀ ਚੀਜ਼ ਜੋ ਆਪਾਂ ਨੂੰ ਲੱਗਦਾ ਵੀ ਇਹ ਦੁਨੀਆ ਤੋਂ ਹੈ ਹੀ ਨਹੀਂ, ਹੈ ਨਾ। ਤਾਂ ਆਪਾਂ ਜਿਵੇਂ ਮੈਂ ਕਹਾਂ ਕੋਈ ਅਨਅਰਥਲੀ ਸਾਊਂਡ ਹੈ, ਠੀਕ ਹੈ, ਤਾਂ ਕੋਈ ਇਹੋ ਜਿਹੀ ਚੀਜ਼ ਹੈ ਜੋ ਆਪਾਂ ਨੂੰ ਲੱਗ ਰਿਹਾ ਵੀ ਯਾਰ ਇਹ ਤਾਂ ਵੀ ਧਰਤੀ 'ਤੇ ਬਿਲੋਂਗ ਹੀ ਨਹੀਂ ਕਰਦੀ, ਸਮਥਿੰਗ ਦੈਟ ਇਜ਼ ਸਮਥਿੰਗ ਏਲੀਅਨ ਕਹਿ ਸਕਦੇ ਹਾਂ ਜਿਵੇਂ, ਹੈ ਨਾ। ਤਾਂ ਇਹ ਐਡਜੈਕਟਿਵ ਹੈ ਵੈਸੇ, ਠੀਕ ਹੈ, ਇਹ ਕੀ ਹੈ ਜੀ, ਐਡਜੈਕਟਿਵ ਹੈ। ਤਾਂ ਅਨਅਰਥਲੀ ਦਾ ਮਤਲਬ ਕੀ ਹੁੰਦਾ ਹੈ ਨਾ, ਸਮਥਿੰਗ ਦੈਟ ਡਜ਼ਨਟ ਬਿਲੋਂਗਸ ਟੂ ਅਰਥ, ਠੀਕ ਹੈ। ਤਾਂ ਅਨਅਰਥਲੀ ਲਾਈਟ, ਠੀਕ ਹੈ। ਤਾਂ ਜਿਵੇਂ ਕੋਲਕਾਤਾ ਦੇ ਵਿੱਚ ਤੁਸੀਂ ਅੱਜ ਤੋਂ 3-4 ਦਿਨ ਪਹਿਲਾਂ ਨਿਊਜ਼ ਚੱਲ ਰਹੀ ਸੀ ਵੀ ਅਨਅਰਥਲੀ ਉੱਥੇ ਕੋਈ ਆਕਾਸ਼ ਵਿੱਚ ਲਾਈਟ ਚੱਲ ਰਹੀ ਹੈ, ਉਹਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਇੱਕ ਵਰਡ ਤੁਹਾਨੂੰ ਕਿਤਾਬ ਦੇ ਵਿੱਚ ਹੁਣ ਰੀਸੈਂਟਲੀ ਕਰਾਇਆ, ਅਨਕੈਨੀ। ਤਾਂ ਅਨਕੈਨੀ ਦਾ ਮਤਲਬ ਕੀ ਹੈ, ਸਮਥਿੰਗ ਦੈਟ ਕੈਨੋਟ ਬੀ ਐਕਸਪਲੇਨਡ, ਸਮਥਿੰਗ ਦੈਟ ਇਜ਼ ਮਿਸਟੀਰੀਅਸ। ਉਵੇਂ ਉਸ ਤਰੀਕੇ ਨਾਲ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਇੱਥੇ ਸਮਝ ਆ ਗਿਆ ਜੀ। ਅਨਅਰਥਲੀ, ਐਟ ਅਨਅਰਥਲੀ ਆਰ ਇੱਕ ਈਡੀਅਮ ਵੀ ਹੁੰਦਾ ਜੀ, ਠੀਕ ਹੈ। ਇਹ ਇੱਕ ਉਹ ਸਮਾਂ ਹੁੰਦਾ ਵੀ ਜੋ ਰਾਤ ਦੇ ਕਹਿ ਲਓ 4 ਵਜੇ ਨੇ, ਹੈ ਨਾ, ਵੀ ਜਿਸ ਸਮੇਂ 'ਤੇ ਲੋਕ ਕਿਸੇ ਨੂੰ ਉੱਠਣਾ ਪਵੇ ਤਾਂ ਉਹਨੂੰ ਬਹੁਤ ਜ਼ਿਆਦਾ ਅਨੋਇੰਗ ਲੱਗੇ, ਹੈ ਨਾ। ਤਾਂ ਆਪਾਂ ਐਂ ਵੀ ਕਹਿ ਲਓ ਭੂਤ ਪ੍ਰੇਤ ਦਾ ਸਮਾਂ ਜੋ ਆਪਾਂ ਕਹਿੰਦੇ ਹਾਂ 3 ਵਜੇ 4 ਵਜੇ ਉਸ ਟਾਈਮ 'ਤੇ, ਹੈ ਨਾ। ਹੀ ਹੈਡ ਟੂ ਵੇਕ ਅਪ ਐਟ ਐਨ ਅਰਥਲੀ ਆਰ ਟੂ ਗੈਟ ਔਨ ਦਾ ਟ੍ਰੇਨ, ਵੀ ਉਹ ਸਮੇਂ ਉਹਨੂੰ ਉੱਠਣਾ ਬਹੁਤ ਔਖਾ ਲੱਗਦਾ ਸੀ। ਤਾਂ ਉਸ ਤਰੀਕੇ ਨਾਲ ਆਪਾਂ ਇਹਨੂੰ ਅਰਥਲੀ ਆਰ ਯੂਜ਼ ਕਰ ਸਕਦੇ ਹਾਂ ਵੀ ਸੁਬਾਹ ਦਾ ਟਾਈਮ 3 ਵਜੇ 4 ਵਜੇ, ਉਸ ਤਰੀਕੇ ਨਾਲ, ਠੀਕ ਹੈ। ਨਾਓ ਵਾਟ ਇਜ਼ ਫੈਂਟਮ। ਫੈਂਟਮ ਵੀ ਇੱਕ ਨੈਗੇਟਿਵ ਵਰਡ ਹੈ ਜੀ, ਇਹ ਵੀ ਇਸ ਤਰੀਕੇ ਨਾਲ ਹੀ ਯੂਜ਼ ਹੁੰਦਾ। ਤੇ ਨੈਕਸਟ ਵਰਡ ਜਿਹੜਾ ਹੈਗਾ ਜੀ, ਫੈਂਟਮ ਦਾ ਮਤਲਬ ਬੇਸਿਕਲੀ ਕੀ ਹੁੰਦਾ ਜੀ, ਸਮਥਿੰਗ ਦੈਟ ਇਜ਼ ਲਾਈਕ ਅ ਗੋਸਟ, ਜਾਂ ਫਿਰ ਲਿਟਰਲੀ ਇਹਨੂੰ ਗੋਸਟ ਵੀ ਕਹਿ ਦਿੰਦੇ ਨੇ ਜੀ, ਠੀਕ ਹੈ, ਜਾਂ ਫਿਰ ਗੋਸਟ ਲਾਈਕ, ਠੀਕ ਹੈ, ਗੋਸਟ ਵੀ ਕਹਿੰਦੇ ਨੇ, ਗੋਸਟ ਨੂੰ ਵੀ, ਭੂਤ ਨੂੰ ਵੀ ਫੈਂਟਮ ਕਹਿ ਦਿੰਦੇ ਨੇ ਜੀ, ਠੀਕ ਹੈ, ਲਿਟਰਲੀ ਅ ਗੋਸਟ। ਨਾਓ ਵਾਟ ਇਜ਼ ਸਪੈਕਟਰਲ। ਫੈਂਟਮ ਇੱਕ ਨਾਊਨ ਹੈ, ਸਪੈਕਟਰਲ ਇੱਕ ਐਡਜੈਕਟਿਵ ਹੈ, ਇਹ ਧਿਆਨ ਰੱਖਣਾ, ਠੀਕ ਹੈ। ਅਨਅਰਥਲੀ ਵੀ ਇੱਕ ਐਡਜੈਕਟਿਵ ਹੈ। ਸਪੈਕਟਰਲ ਕੀ ਹੁੰਦਾ, ਸਪੈਕਟਰਲ ਕੀ ਹੁੰਦਾ, ਭੂਤੀਆ। ਕੋਈ ਵੀ ਇਹੋ ਜਿਹੀ ਇਮੇਜ ਜਾਂ ਫਿਰ ਕੋਈ ਵੀ ਤੁਹਾਨੂੰ ਇਹੋ ਜਿਹੀ ਚੀਜ਼ ਲੱਗ ਰਹੀ ਹੈ ਜੋ ਭੂਤੀਆ ਲੱਗ ਰਹੀ ਹੈ, ਠੀਕ ਹੈ, ਤਾਂ ਉਹ ਦੈਟ ਇਜ਼ ਕਾਲਡ ਸਪੈਕਟਰਲ। ਜਿਵੇਂ ਫਿਰ ਤੁਹਾਨੂੰ ਕਹਾਂ ਦਿਸ ਇਮੇਜ, ਠੀਕ ਹੈ, ਸਪੈਕਟਰਲ ਇਮੇਜ, ਇਹਨੂੰ ਕਹਾਂਗੇ ਜੀ ਸਪੈਕਟਰਲ ਇਮੇਜ, ਕਿਉਂਕਿ ਇਹ ਭੂਤੀਆ ਲੱਗ ਰਹੀ ਹੈ ਜੀ, ਠੀਕ ਹੈ। ਤਾਂ ਤੁਸੀਂ ਦੇਖੋਗੇ ਆਲਮੋਸਟ ਸਾਰੇ ਵਰਡਸ ਹੀ ਮਤਲਬ ਨੈਗੇਟਿਵ ਨੇ, ਠੀਕ ਹੈ। ਤਾਂ ਸਹੀ ਆਨਸਰ ਕੀ ਆ ਗਿਆ ਜੀ, ਅਪਾਲਿੰਗ, ਦੈਟ ਇਜ਼ ਸ਼ੌਕਿੰਗ, ਠੀਕ ਹੈ। ਨੈਕਸਟ ਵਰਡ ਹੈ ਜੀ, ਸਿਲੈਕਟ ਦ ਵਰਡ ਵਿਚ ਇਜ਼ ਆਪੋਜ਼ਿਟ ਇਨ ਦ ਮੀਨਿੰਗ ਆਫ ਦ ਫਲੋਇੰਗ ਵਰਡ। ਕੁਆਇੰਟ, ਕੁਆਇੰਟ ਹੈ ਜੀ, ਕੁਆਇੰਟ। ਕੁਆਇੰਟ ਇਜ਼ ਆਲਸੋ ਐਨ ਐਡਜੈਕਟਿਵ। ਹੁਣ ਇਹਦਾ ਕੀ ਲੱਭਣਾ, ਆਪਾਂ ਆਪੋਜ਼ਿਟ ਵਰਡ ਲੱਭਣਾ, ਠੀਕ ਹੈ। ਕੁਆਇੰਟ ਦਾ ਮਤਲਬ ਕੀ ਹੁੰਦਾ ਕਿ ਕੋਈ ਚੀਜ਼ ਜਿਹੜੀ ਹੈ ਅਟਰੈਕਟਿਵ ਹੈ, ਅਟਰੈਕਟਿਵ ਤਾਂ ਹੈ ਲੇਕਿਨ ਅਟਰੈਕਟਿਵ ਇਨ ਅ ਵੀਅਰਡ ਵੇ, है ना, in a strange way, है ना। Why? Because it is old fashioned, है ना। ਕੋਈ ਇਨਸਾਨ ਤੁਹਾਡੇ ਕੋਲ ਕੋਈ, ਹੈ ਨਾ, ਬਹੁਤ ਪੁਰਾਣੇ ਤਰੀਕੇ ਦੇ ਕੱਪੜੇ ਜੇ ਪਾ ਕੇ ਆ ਜਾਏ, ਇੱਕ ਵਾਰ ਤਾਂ ਤੁਹਾਨੂੰ ਅਟਰੈਕਟਿਵ ਲੱਗ ਰਿਹਾ ਹੈ ਲੇਕਿਨ ਅਜੀਬ ਜਿਹਾ ਵੀ ਲੱਗ ਰਿਹਾ ਵੀ ਪਤਾ ਨਹੀਂ ਕੀ ਚੀਜ਼ ਹੈ, ਕਬੂਤਰ ਹੀ ਹੈ ਬਈ, ਹੈ ਨਾ। ਤਾਂ ਉਹ ਉਸ ਤਰੀਕੇ ਨਾਲ ਤੁਸੀਂ ਇਹਨੂੰ ਸੋਚ ਸਕਦੇ ਹੋ, ਹੈ ਨਾ। ਤਾਂ ਜਿਵੇਂ ਮੈਂ ਇੱਕ ਫੋਟੋ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਜੀ, ਜਿਵੇਂ ਆਹ ਆਪਾਂ ਇੱਕ ਦਿਖਾਇਆ, ਘਰ ਦਿਖਾਇਆ, ਹੈ ਨਾ, ਵੀ ਹੁਣੇ ਓਲਡ ਫੈਸ਼ਨ ਅਟਰੈਕਟਿਵ ਹੈ ਲੇਕਿਨ ਅਜੀਬ ਜਿਹਾ ਵੀ ਲੱਗ ਰਿਹਾ ਵੀ ਅੱਜ ਕੱਲ੍ਹ ਤਾਂ ਇਹੋ ਜਿਹੇ ਘਰ ਹੁੰਦੇ ਨਹੀਂ, ਹੈ ਨਾ। ਤਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨੂੰ ਰਿਲੇਟ ਕਰ ਸਕਦੇ ਹੋ ਵਰਡ ਨੂੰ। ਤਾਂ ਸਮਝ ਆ ਗਿਆ ਜੀ। ਹੁਣ ਇਹਦਾ ਆਪੋਜ਼ਿਟ ਵਰਡ ਕੀ ਹੋ ਜਾਊਗਾ, ਅਨਯੂਜ਼ੂਅਲ ਤਾਂ ਹੋ ਨਹੀਂ ਸਕਦਾ ਕਿਉਂਕਿ ਮੈਂ ਤੁਹਾਨੂੰ ਕਿਹਾ ਵੀ ਇਨ ਐਨ ਵੀਅਰਡ ਅਨਯੂਜ਼ੂਅਲ ਵੇ, ਇਹ ਨਹੀਂ ਹੋ ਸਕਦਾ। ਹੋਲ ਹਾਰਟਡ ਦਾ ਮਤਲਬ ਕੀ ਹੁੰਦਾ, ਦਿਲੋਂ, ਠੀਕ ਹੈ, ਵੀ ਮੈਂ ਤੁਹਾਨੂੰ ਦਿਲੋਂ ਮਾਫ ਕਰਤਾ, ਆਈ ਐਕਸੈਪਟ ਯੂਅਰ ਫॉरगिवनेस ਜਾਂ ਫਿਰ ਯੂਅਰ ਸੌਰੀ ਹੋਲ ਹਾਰਟਡਲੀ, ਠੀਕ ਹੈ। ਸਵੀਟ ਨਹੀਂ ਹੋ ਸਕਦਾ, ਆਰਡੀਨਰੀ, ਆਰਡੀਨਰੀ ਦਾ ਮਤਲਬ ਕੀ ਹੋਊਗਾ, ਯੂਜ਼ੂਅਲ, ਠੀਕ ਹੈ ਜੀ। ਕਿਵੇਂ ਵੀ ਇਹ ਵਰਡ ਕਿਤੇ ਵੀ ਪੁੱਛੇ ਜਾ ਸਕਦੇ ਨੇ, ਇੰਪੋਰਟੈਂਟ ਨੇ ਜੀ, ਠੀਕ ਹੈ। ਅੱਗੇ ਚੱਲਦੇ ਹਾਂ। Filling the blank with the most appropriate word. The judge complimented the young witness for standing up to blank cross examination, ठीक है। देखो दो तरीके के वर्ड होंगे ने जी, एक होंगे compliment, ठीक है, एक होंगे compliment।
ठीक है जी, दोवें ही एडजैक्टिव होंगे ने, दोवें ही की होंगे ने एडजैक्टिव होंगे ने। एक होंगे एल आई, एक होंगे एल ई। जिहड़ा होंगे कॉम्पलीमेंट आई, किसी कुड़ी ने मैनू कॉम्पलीमेंट दिता, मेरे टीचर ने मैनू कॉम्पलीमेंट दिता, मेरे फ्रेंड ने मैनू कॉम्पलीमेंट दिता, तो ये वाला कॉम्पलीमेंट है। ठीक है, भी शाबाशी देना, प्रेज करना, किवें भी कह सकते हो। ठीक है, तो ये सॉरी दोवें नाउन ने जी। ठीक है, तो सॉरी दोवें नाउन ने, ध्यान रखना। ये वाला जो कॉम्पलीमेंट है ना, ये कॉम्पलीमेंट का मतलब की होंगे टू मेक समथिंग 100% कंप्लीट, टू मेक समथिंग इवन परफेक्ट। सपोज करो है ना, किसी इंसान ने कोई विआह ते चलिया, उन्हें एक वाइट शर्ट पा ली, सारा कुछ पा लिया, पैंट पा ली, सारा कुछ पा लिया ना, वधिया शूज़ पा ले, वॉच बन ली, गोगल्स भी ला ले, है ना, फिर भी कितना कितने कोई कमी सी, फिर ना किसी ने ਉਹਦੇ फ्रेंड ने ਉਹਦੇ टाई बनती, तो जी टाई है ना ਉਹਨੂੰ कंप्लीट करता। ऑल तो पहला कंप्लीट सी ਉਹ, लेकिन टाई ने ਉਹਦੇ सूट ਨੂੰ ਜਾਂ ਉਹਦੀ शर्ट ਨੂੰ कंप्लीमेंट करता, टू मेक इट परफेक्ट, ਉਹਨੂੰ परफेक्ट बनाता। कंध सोनी सोनी जी लग रही है, तुसीं एक पेंटिंग लाती, तो पेंटिंग ने वॉल ਨੂੰ कंप्लीमेंट करता। ठीक है, सबजैक्ट कंप्लीमेंट ऑब्जेक्ट कंप्लीमेंट आप हज़ारों बार पढ़ चुके हैं जी, तो वो ये वाला कंप्लीमेंट होंगे। समझ आ गया जी, तो आई होप समझ आ गया होगा। तो हुण उन्होंने कंप्लीमेंट किया यंग विटनेस नूं फॉर स्टैंडिंग अप, स्टैंड लिया उन्हें टू द क्रॉस एग्जामिनेशन। किहड़ा एग्जामिनेशन? टैरीबल। टैरीबल का मतलब की होंदा है बैड, टैरीबल का एडजैक्टिव है जी, ਇਹਦਾ मतलब की होंदा है वेरी बैड। व्हाट अ टैरीबल डे, है ना, अनप्लीजेंट। ठीक है, एक होंदा टैरिफिक। ठीक है, यह होंदा एक्सीलेंट, एक्सीलेंट, ग्रेट, व्हाट अ टैरिफिक डे, है ना। तो देखो टैरिबल एंड टैरिफिक दोनों एडजेक्टिव ने, समझ आ गया जी। तो वेरी बैड क्रॉस एग्जामिनेशन, सेकंड है आरडीएस। आरडीएस का मतलब ये भी एडजेक्टिव है। ओयूएस, ओयूएस वाले एडजेक्टिव होंगे ने फेमस। ठीक है, तो फेमस एडजेक्टिव है सारे, ओयूएस वाले एडजेक्टिव होंगे ने। नो व्हाट इज आर्डुअस? आर्डुअस होंदा है कोई भी यह जा काम, है ना, जो बहुत ज़्यादा लंबा खिंचा जाए। ठीक है, आर्डुअस, आर्डुअस टास्क का मतलब की है कि वो बहुत ज़्यादा लंबा खिंचा गया, है ना, वो बहुत ज़्यादा एनर्जी लग रही है, तो लास्ट लॉन्गिंग है, तो उन्होंने आप कह देंगे जी आर्डुअस। ठीक है, लास्ट लॉन्गिंग एंड कंज्यूमिंग अ लॉट ऑफ एनर्जी, तो उस तरीके आप कह सकते हैं आर्डुअस। आई होप तुहानू क्लीयर हो गया होगा। नैक्सट वर्ड है जी ग्रूलिंग। ग्रूलिंग तुसीं ग्रूसम सुनिया होगा, तो ग्रूसम एंड ग्रूलिंग बहुत वधिया वर्ड्स ने जो ज़्यादातर अजकल यूज होंगे ने जी। ग्रूलिंग का मतलब की होंदा है समथिंग दैट इज़ something that is very difficult, ਤੇ very difficult प्लस ਜਿਹੜਾ ਇਹਦਾ मीनिंग ਦੱਸਿਆ ਜੀ प्लस ਇਹ ਕਰ ਦੋ, बस ਇਹਦੇ ਵਿੱਚ डिफिकल्टी लैवल आ ਜਾਂਦਾ जी। तो यह लंबा भी होंगे, ये थोड़ी एनर्जी भी बहुत लगती है ना, लेकिन ये डिफिकल्ट होंगे, कंपलैक्सिटी आ जाती है ये, बस इन्ना का फर्क है जी। ठीक है, तो लास्ट है जी इनटॉलरेबल। तो इनटॉलरेबल का मतलब जो टॉलरेट नहीं किया जा सकता। ठीक है बई, हुण एग्जामिनेशन जो है वो डिफिकल्ट होगा, इनटॉलरेबल होगा, आर्डुअस होगा या टैरीबल होगा। हुण टैरीबल डे मतलब जिवें कंटैक्सट दस्सिया टैरीबल डे आप उत्थे यूज़ करते हैं, टैरीबल एग्जामिनेशन नहीं हो सकता। ठीक है, तो हुण जिहड़ा आपां नूं पता एग्जामिनेशन और डिफिकल्ट है, डिफिकल्ट क्वेश्चन पूछे जाएंगे, कंपलैक्स क्वेश्चन पूछे जाएंगे, ट्रिकी क्वेश्चन पूछे जाएंगे। तो इस करके जिहड़ा मोस्ट अप्रोप्रीएट आंसर है जी वो की है तुहाडा सी। आई होप कि तुहाडू जिहड़ी ये है जी क्लैरिटी होगी जी। ठीक है कि हाँ ग्रूलिंग आंसर है जी। ग्रूसम भी एक एडजेक्टिव होंगे, ग्रूलिंग भी एक एडजेक्टिव होंगे, इनटॉलरेबल भी एडजेक्टिव है जी। अगे चलते हैं। फिलिंग द ब्लैंक्स विद द मोस्ट अप्रोप्रिएट वर्ड। द सिटी वॉज प्लंज ब्लैंक डार्कनेस ड्यू टू द सडन पावर फेलियर। ठीक है, देखो तुहानूं समझाने की कोशिश करदा जी। प्लंज थ्रू तो कुछ होंदा ही नहीं है, ये भी नहीं कुछ होंदा। एक होंदा प्लंज अहेड, प्लंज अहेड, प्लंज हैड होंदा, ਇਹਦਾ मतलब की होंदा कि कोई चीज़ भावें सही भी नहीं हैगी करने लई, है ना, ऑल्दो इट इज़ नॉट अ वेरी राइट थिंग टू डू, स्टिल यू आर डूइंग इट इन ए डिटरमाइंड वे, है ना, फिर भी तुसी एंथुसियाज्म पूरी एनर्जी जोश नाल लगे हुए भी मैं तो करना ही करना है ना। दे आर प्लैनिंग टू प्लंज अहेड विद दिस प्लान, ऑल्दो आपां नूं पता है कि वो प्लान सही चीज़ शायद नहीं भी हैगी करने लई, लेकिन फिर भी वो अगे वध रहे हैं जो करनगे। ठीक है, दैट इज़ प्लंज अहेड। नाउ व्हाट इज़ प्लंज इनटू? प्लंज इनटू का मतलब की होंदा टू मेक समबडी, ये बहुत बारी एग्जाम से पूछा गया जी, पर प्लंज इनटू। ठीक है, टू मेक समबडी एक्सपीरियंस समथिंग अनप्लीजेंट,
ठीक है, किसी ਨੂੰ ਅਨਪਲੀਜ਼ੈਂਟ ਐਕਸਪੀਰੀਅੰਸ ਕਰਾਣਾ, ठीक है, द रिजल्ट प्लंज्ड हिम इनटू डिप्रैशन, द रिजल्ट ने उन्होंने डिप्रैशन च धक्कता, ठीक है, दैट इज कॉल्ड प्लंज इनटू, ठीक है। द सिटी वॉज प्लंज्ड इनटू डार्कनेस ड्यू टू द सडन पावर फेल, मतलब पावर फेलियर ने सिटी ਨੂੰ डार्कनेस च धक्कता, ठीक है। ਤਾਂ ਅਨਪਲੀਜ਼ ਡਾਰਕਨੈਸ ਫਿਰ ਅਨਪਲੀਜ਼ੈਂਟ ਹੀ ਲਾਈਟ ਬਾਗੀ ਬੱਤੀ ਬਾਗੀ, ਫਿਰ ਤੁਸੀਂ ਕੀ ਕਰੋਗੇ, ਕਿਵੇਂ ਕਲਾਸ ਦੇਖੋਗੇ ਸਰ ਦੀ, ਠੀਕ ਹੈ। ਤਾਂ ਇਸ ਕਰਕੇ ਪਲੰਜ ਇਨਟੂ ਇਜ਼ ਦਾ ਕਰੈਕਟ ਆਂਸਰ, ਠੀਕ ਹੈ। ਪਲੰਜ ਇਨਟੂ ਡਾਰਕਨੈਸ, ਪਲੰਜ ਇਨਟੂ ਸੈਡਨੈਸ, ਪਲੰਜ ਇਨਟੂ ਡਿਪਰੈਸ਼ਨ, ਕੁਝ ਵੀ ਯੂਜ਼ ਕਰ ਸਕਦੇ ਹੋ। ਨੈਕਸਟ ਕੁਐਸਚਨ ਹੈ ਜੀ, ਸਿਲੈਕਟ ਦਾ ਕਰੈਕਟ ਸੈਂਟੈਂਸ। ਇਟ ਇਜ਼ ਅ ਡਿਊਟੀ ਆਫ ਅ ਗੁੱਡ ਪੋਸਟ, है ना, टू वेट अपॉन, पोस्ट नहीं होस्ट आऊगा जी, टाइपिंग मिस्टेक होगी, ठीक है। टू वेट ऑन द गेस्ट, इट इज़ अ गुड ड्यूटी ऑफ अ गुड होस्ट टू वेट अप टू अ गेस्ट, इट इज़ अ गुड ड्यूटी ऑफ अ होस्ट, सारे होस्ट ने, ठीक है। टू वेट टू अ गेस्ट, इट इज़ अ गुड, इट इज़ अ ड्यूटी ऑफ अ गुड होस्ट टू अवेट द गेस्ट, ठीक है। देखो एक चीज़ तुसीं ध्यान रखना, जी वेट है जी, आई एम वेटिंग फॉर यू, तो आई एम वेटिंग फॉर यू, तो यह किहदे इक्विवेलेंट हुंदा है, अवेट दे इक्विवेलेंट हुंदा है। अगर तुसी लिखोगे आई एम वेटिंग फॉर यू, तो आई एम अवेटिंग यू, आई एम अवेटिंग फॉर गलत हो जाऊगा, ध्यान रखना। आई एम है ना ब्लैंक फॉर यू, तो अगर मैं थोड़ा ऑप्शन देवां कि वेटिंग आऊगा या फिर अवेटिंग आऊगा, मैं थोड़ा क्या भी जो फॉर यूज होगा वेटिंग, वेटिंग इन ट्रांसटिव वर्ब है, ये ट्रांसटिव वर्ब हो जाती है। वेट फॉर इज इक्वल टू अवेट, जिमें कंसिस्ट ऑफ इज इक्वल टू कंप्राइज, इन स्पाइट ऑफ इज इक्वल टू डिस्पाइट, ठीक है। तो इस करके क्या जो वेटिंग, तो इस चीज़ का तुसीं ध्यान रखना, ठीक है। नाउ जो सही आंसर आऊगा जी, वो की आऊगा जी वेट ऑन। वेट ऑन का मतलब की होंगे टू सर्व, ठीक है, खाना वगैरह सर्व करना। होस्ट का मतलब की है, जो होस्ट कर रहा है, शो होस्ट कर रहा है, किसी ने तुहानूं घर बुला लिया, वो होस्ट है तुहाडा, है ना, उन्होंने तुहानूं वधिया खाना नहीं परोसूगा, तो फिर काहदा मजा घरे गए दा, है ना, तो वेलकम ही नहीं होया, तो ड्यूटी है वही, है ना। अगर तुहानूं किसी ने इनवाइट किया है, तो यदा मतलब है ना, इट हैज़ टू बी a good host, and how will he or she become a good host, he or she will wait on the guest, wait on you, ठीक है। वेट ऑन या अपॉन दोवें यूज हो जाते हैं, दोवें सही ने। तो इंपॉर्टेंट है जी, ये कोऑपरेटिव बैंक के भी ये क्वेश्चन आया हुआ है। आई होप कि ये थोड़ा क्लीयर हो गए होंगे। दोबारा दस देना जी, जो स्टूडेंट्स ने उन्हें किताब करनी है, एवें ही जिमें 5 क्वेश्चन के थोड़ा सोल्यूशन कराए हैं, ये 1600-1700 क्वेश्चन ने अंग्रेजी के, सारे वीडियो सोल्यूशन डिटेल च पढ़ाए हुए हैं जी, ठीक है। एक कर सकते हैं जो स्टूडेंट्स ने इंग्लिश पढ़नी है, ऐप पर जाके इंग्लिश मंजिल बैच कर सकते हैं। जोड़े स्टूडेंट्स ने कंप्लीट सारे सबजैक्ट्स की तैयारी करनी है जी, एंड किताब भी लैनी है, मॉक भी करने ने, असाइनमेंट्स भी चाहिए ने, सारा कुछ A to Z सारे सबजैक्ट्स करने ने, तो वह लक्ष्य बैच पंजाब कर सकते हैं। कोई होर इन्फॉर्मेशन चाहिए होएगी तो जल्दी तुसीं कमेंट करोगे, असीं रिप्लाई करने की कोशिश करांगे। एंड 2021 दे जिहड़े पेपर होए सी पटवारी दे, वो भी ही जल्दी असीं एनालिसिस पावांगे जी। धन्यवाद।